ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਪਹਿਲਾ। ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ। ਹਰਿਆ ਕੀਆ ਸੰਸਾਰੋ। ਆਬ ਖਾਕ ਜਿਨ ਬੰਦ ਰਹਾਈ। ਧਨ ਸਿਰਜਣਹਾਰੋ। ਮਰਣਾ ਮੁੱਲਾ ਮਰਣਾ। ਪੀ ਕਰਤਾ ਰੋ ਡਰਨਾ। ਤਾਂ ਤੂੰ ਮੁੱਲਾ ਤਾਂ ਤੂੰ ਕਾਜੀ। ਜਾਣੈ ਨਾਮ ਖੁਦਾਈ। ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹੈ ਨਾ ਭਰੀਐ ਪਾਈ। ਸੋਈ ਕਾਜੀ ਜਿਨ ਆਪ ਤਜਿਆ। ਇਕ ਨਾਮ ਕੀਆ ਆਧਾਰੋ। ਹੈ ਭੀ
होसी जाए ना जासी सच्चा सिरजनहारो पंज वक्त निवाज गुजारे पढ़ै कतीब कुरान नानक आखे गोरस देई रहियो पीना खाना पंज वक्त निवाज गुजारे पढ़ै कतीब कुरान नानक आखे गोरस देई रहियो पीना खाना। वाहिगुरु जी का खालसा वाहिगुरु जी की फतेह। श्री राग महला पहला। ये पावन शब्द जो 24 अंग ते सुशोभित है, इसकी विचार डॉक्टर मनप्रीत सिंह जी रजौरी गार्डन वाले आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों भाई साहब जी का धन्यवाद। अमृत संचार हर ऐतवार 11 बजे हुंदा है। गुरु घर की सेवा लई गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इबारत की सेवा जथेदार बाबा बचन सिंह जी करवा रहे हैं। पाकिस्तान विचले गुरधामां की यात्रा वास्ते गुरु नानक साहब महाराज जी के प्रकाश गुरपुरब समय जथा जाना है। सो जिन्हां ने जाना होवे वो 15 सितंबर तक अपने पासपोर्ट अते जो होर जरूरी कागजात ने वो गुरुद्वारा रकाबगंज साहब दफ्तर दे विच जमा करवा दिओ ताकि यात्रा का ठीक योग प्रबंध किया जा सके। गुरमत कॉलेज गुरुद्वारा माता सुंदरी जी विखे पिछले कई सालों तो 3 महीने का शार्ट टाइम जो श्री गुरु ग्रंथ साहब महाराज जी का अध्ययन कोर्स करवाया जाता है, उहदे 30 सैशन पूरे हो चुके हैं। 31वां सैशन 27 तरीक को आरंभ होगा। सो उहदे वास्ते आप जी एडमिशन लै सकते हो। दुनियावी विद्या के नाल नाल धन श्री गुरु ग्रंथ साहब महाराज जी की जो बाणी है उहदे
3 ਮਹੀਨਿਆਂ ਦੇ ਵਿੱਚ ਸਾਰਾ ਗਿਆਨ ਤੇ ਨਹੀਂ ਹੋ ਸਕਦਾ, ਪਰ ਇਹਦੇ ਵਾਸਤੇ ਮਾਰਗ ਦਰਸ਼ਨ ਜ਼ਰੂਰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਅਸ਼ਟਮ ਬਲਬੀਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤਾਂ ਆਪ ਗੁਰੂ ਦੀ ਸਰਦਲ ਤੇ ਨਤਮਸਤਕ ਹੋ ਰਹੇ ਹੋ। ਬੇਅੰਤ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਮੀਡੀਆ ਰਾਹੀਂ ਘਰ ਬੈਠੇ ਇਸ ਪਾਵਨ ਦਰਬਾਰ ਦੇ ਦਰਸ਼ਨ ਕਰ ਰਹੇ ਹੋ। ਸੁਰਤ ਕਰਕੇ ਸੱਚੇ ਪਾਤਸ਼ਾਹ ਦੇ ਸ਼ਬਦ ਵਿੱਚ ਜੁੜੀਏ। ਬਹੁਤ ਪ੍ਰੇਮ ਤੇ ਭਾਵਨਾ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਆਪ ਜੀ ਨੂੰ ਅੱਜ ਦਾ ਲੜੀਵਾਰ ਕਥਾ ਦਾ ਸ਼ਬਦ ਜਿਹੜਾ ਸ੍ਰੀ ਰਾਗ ਦੇ ਅੰਦਰ ਦਰਜ ਹੈ ਉਹ ਸਰਵਣ ਕਰਾਇਆ ਹੈ। ਆਪ ਜਿੰਨੀ ਸੰਗਤ ਮੌਜੂਦ ਹੋ, ਜਿੰਨੇ ਜੁੜੇ ਹੋਏ ਹੋ, ਬਖਸ਼ੋ ਅਸੀਸ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪ ਨਦਰੇ ਇਨਾਇਤ ਕਰਕੇ ਸ਼ਬਦ ਦੀ ਬਾਣੀ ਦੀ ਵਿਚਾਰ ਕਰਾਉਣ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ। ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ 31 ਰਾਗਾਂ ਵਿੱਚ ਲੜੀ ਦਾ ਪਹਿਲਾ ਰਾਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਤੇ ਘਰ ਚੌਥਾ, ਇਹਨੂੰ ਗਾਉਣ ਦੀ ਤੇ ਇਹਨੂੰ ਵਜਾਉਣ ਦੀ ਹਿਦਾਇਤ ਘਰ ਚੌਥੇ ਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਲਗਾਤਾਰ ਕੁਝ ਸ਼ਬਦਾਂ ਦੀ ਲੜੀ ਆਪ ਜੀ ਨੂੰ ਇਉਂ ਪ੍ਰਤੀਤ ਹੋਏਗੀ ਕਿ ਜਿਸ ਤਰ੍ਹਾਂ ਕਿਸੇ ਇਸਲਾਮ ਜਗਤ ਦੇ ਵਿਸ਼ਵਾਸ ਰੱਖਣ ਵਾਲੇ ਮੁੱਲਾ, ਕਾਜ਼ੀ ਜਾਂ ਮੁਸਲਮਾਨਾਂ ਨਾਲ ਸਤਿਗੁਰ ਜੀ ਦੀ ਪੂਰਨ ਸਿੱਧੇ ਰੂਪ ਦੇ ਵਿੱਚ ਜਾਂ ਅਸਿੱਧੇ ਰੂਪ ਦੇ ਵਿੱਚ ਉਪਦੇਸ਼ਾਤਮਕ ਇੱਕ ਵਾਰਤਾ ਹੋ ਰਹੀ ਹੈ। ਔਰ ਇਹ ਲੜੀਵਾਰ ਸ਼ਬਦ, ਇਹਨਾਂ ਸ਼ਬਦਾਂ ਦੇ ਵਿੱਚ ਅੱਖਰ ਅਰਬੀ ਦੇ, ਫਾਰਸੀ ਦੇ, ਉਰਦੂ ਦੇ, ਰੇਖਤਾ ਦੇ ਤੇ ਤੁਰਕੀ ਦੇ ਵੀ ਬੜੇ ਸਾਰੇ ਲਫ਼ਜ਼ ਨੇ, ਕਿਉਂਕਿ ਮੌਲਾ ਲਫ਼ਜ਼ ਅਰਬੀ ਦਾ ਹੈ ਤੇ ਅਰਬੀ ਦਾ ਅਪਭ੍ਰੰਸ਼ ਤੁਰਕੀ ਦੇ ਵਿੱਚ ਮੁੱਲਾ ਬਣਿਆ। ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਇਹ ਤੁਰਕੀ ਦੇ ਵਿੱਚ ਜਾ ਕੇ ਲਫ਼ਜ਼ ਮੁੱਲਾ ਬਣਿਆ।
ਤੇ ਬਹੁਤ ਸਾਰੇ ਐਸੇ ਲਫ਼ਜ਼ ਇਸ ਸ਼ਬਦ ਦੇ ਵਿੱਚ ਫਾਰਸੀ ਔਰ ਅਰਬੀ ਦੇ ਨੇ। ਔਰ ਰਹਾਉ ਦੀ ਤੁਕ ਆਪ ਜੀ ਨੇ ਬਹੁਤ ਪ੍ਰੇਮ ਦੇ ਨਾਲ ਸਰਵਣ ਕੀਤੀ ਸਿੰਘ ਸਾਹਿਬ ਜੀ ਦੇ ਰਸਨਾ ਤੋਂ, ਜਿਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਹਲੂਣਾ ਦਿੰਦੇ ਨੇ। ਉਪਦੇਸ਼ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਮੁੱਲੇ ਲਈ ਹੈ, ਕਿਸੇ ਕਾਜ਼ੀ ਲਈ ਹੈ, ਭਾਵੇਂ ਪੰਡਤ ਲਈ ਹੈ, ਭਾਵੇਂ ਬ੍ਰਾਹਮਣ ਲਈ ਹੈ, ਪਰ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਸਾਂਝੀ ਸਗਲ ਜਹਾਨੇ ਹੈ। ਇਹ ਨਾ ਸਮਝੀਏ ਕਿ ਇਹ ਉਪਦੇਸ਼ ਤੇ ਮਰਨਾ, ਮੁੱਲਾ ਮਰਨਾ, ਕਿ ਇਹ ਤੇ ਮੁੱਲੇ ਨੂੰ ਉਪਦੇਸ਼ ਜਾਂ ਇਸਲਾਮ ਜਗਤ ਵਿੱਚ ਵਿਚਰਨ ਵਾਲੇ ਸ਼ਰ੍ਹਾ ਤੇ ਵਿਸ਼ਵਾਸ ਰੱਖਣ ਵਾਲੇ ਨੂੰ ਉਪਦੇਸ਼ ਦਿੱਤਾ। ਨਹੀਂ, ਇਹ ਸਾਡੇ ਅੰਦਰ ਨੂੰ, ਅੰਦਰ ਦੇ ਮਨ ਨੂੰ ਸਤਿਗੁਰੂ ਜੀ ਸੰਬੋਧਨ ਹੋ ਕੇ ਕਹਿੰਦੇ ਕਿ ਬੰਦਿਆ ਤੂੰ ਜਿੰਨਾ ਮਰਜ਼ੀ ਵੱਡਾ ਹੋ ਜਾ, ਜਿੰਨੀਆਂ ਮਰਜ਼ੀਆਂ ਛਾਲਾਂ ਮਾਰ ਲੈ, ਪਰ ਸੱਚ ਤੇ ਇਹ ਹੈ ਇੱਕ ਦਿਨ ਅਸੀਂ ਮਰਨਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਇਹ ਪਾਵਨ ਬਖਸ਼ਿਸ਼ਾਂ ਜਿਹੜੀਆਂ ਇਸ ਸ਼ਬਦ ਦੇ ਵਿੱਚ, ਆਓ ਜੀ ਸ਼ਬਦ ਦੀ ਵਿਚਾਰ ਵੱਲ ਜੁੜੀਏ। ਸੋਈ ਮੁੱਲਾ ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਦ ਰਹਾਈ ਧਨ ਸਿਰਜਣਹਾਰੋ। ਇਹ ਪਹਿਲਾ ਪਦਾ ਹੈ। ਮੌਲਾ ਦਾ ਲਫ਼ਜ਼ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ। ਜਦ ਇਸਲਾਮਿਕ ਕੋਸ਼ ਨੂੰ ਤੁਸੀਂ ਪੜ੍ਹੋ, ਮੌਲਾ ਤੇ ਮੌਲਿਆ ਲਫ਼ਜ਼ ਇਹ ਦੋਨਾਂ ਦੇ ਪੂਰਕ ਨੇ, ਆਪਸ ਦੇ ਵਿੱਚ ਹੀ ਨੇ। ਮੌਲੇ ਤੋਂ ਹੀ ਮੌਲਿਆ ਬਣਿਆ, ਤੇ ਮੌਲਾ ਲਫ਼ਜ਼ ਨੂੰ ਜਦ ਸੰਧੀ ਵਿਛੇਦ ਕਰਾਂਗੇ ਤੇ ਇਹ ਲਫ਼ਜ਼ ਬਣਿਆ ਮੂਲ ਤੋਂ। ਮੌਲਾ ਦਾ ਮਤਲਬ ਜਿਹੜਾ ਮੂਲ ਹੈ, ਜਿਹਨੂੰ ਅਸੀਂ ਜਪ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ ਤਾਤੇ ਹੋਏ ਲਖ ਦਰਿਆਓ। ਤਿਸ ਤੇ ਸਾਰਾ ਕੁਝ ਪਸਰਿਆ। ਤਿਸ ਤੇ ਹੋਏ ਲਖ ਦਰਿਆਓ ਦਾ ਮਤਲਬ ਹੈ ਕਿ ਸਤਿਗੁਰ ਜੀ ਦੀ ਜਿਹੜੀ ਇੱਕ ਕਵਾਓ, ਇੱਕ ਹੁਕਮ ਵਾਲੀ ਬਿਰਤੀ ਹੈ, ਭਾਵ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ। ਉਹ ਜਿਹੜਾ ਮੌਲਾ, ਉਹ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਉਹ ਸਿਰਜਣਹਾਰ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਉਸ ਮੌਲੇ ਨੂੰ ਚੇਤੇ ਨਾ ਕੀਤਾ, ਫਿਰ ਇਸ ਸੰਸਾਰ ਦੇ ਵਿੱਚ ਆਇਆ ਮਨੁੱਖੀ ਜਨਮ ਨਿਫਲ ਗਿਆ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਜੇ ਮਨੁੱਖ ਨੇ ਮੌਲੇ ਨੂੰ ਚੇਤੇ ਨਹੀਂ ਕੀਤਾ, ਮੌਲਾ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਮੌਲਾ ਖੇਲ ਕਰੇ ਸਭ ਆਪੇ ਕਰਨ ਵਾਲਾ ਉਹ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਜਿਹਦੇ ਅੰਦਰ ਉਹਦੇ ਲਈ ਮੁਹੱਬਤ ਪੈਦਾ ਨਹੀਂ ਹੋਈ। ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ। ਮਾਰੇ ਕਹਿੰਦੇ ਉਹ ਸੁੱਕਾ ਰਹਿ ਗਿਆ, ਉਹਦੇ ਅੰਦਰ ਵਿਕਾਰਾਂ ਦੀ ਖੁਸ਼ਕੀ ਆ ਗਈ, ਉਹਦੇ ਅੰਦਰ ਵਿਕਾਰਾਂ ਦੀ ਗੰਦਗੀ ਪੈਦਾ ਹੋ ਗਈ, ਉਹਦੇ ਅੰਦਰ ਵਿਕਾਰਾਂ ਦੀ ਖੜੋਤ ਦੀ ਮੁਸ਼ਕ ਤੇ ਅੰਦਰ ਮਹਾਰਾਜ ਜੀ ਕਹਿੰਦੇ ਐਸੀ ਬੇਗੈਰਤ ਵਾਲੀ ਬਿਰਤੀ ਪੈਦਾ ਹੋਈ, ਜਿਸ ਬਿਰਤੀ ਤੋਂ ਉਹ ਆਪ ਵੀ ਸੁੱਕਿਆ ਹੋਇਆ, ਆਪ ਵੀ ਬਿਲਕੁਲ ਬੰਜਰ ਹੋ ਗਿਆ, ਤੇ ਆਪਣੇ ਆਲੇ ਦੁਆਲੇ ਦਾ ਵੀ ਨਹੀਂ ਸਵਾਰ ਸਕਿਆ। ਬੰਦਾ ਆਲੇ ਦੁਆਲੇ ਦਾ ਤਾਂ ਸਵਾਰੇਗਾ ਜੇ ਪਹਿਲਾਂ ਆਪਣਾ ਆਪ ਸਵਾਰੇ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਪਹਿਲੀ ਤੁਕ ਦਾ ਅਰਥ ਕਰਦੇ ਹੋਏ ਭਾਈ ਵੀਰ ਸਿੰਘ ਸਮਝਾਉਂਦੇ ਨੇ ਕਿ ਸੋਈ ਮੌਲਾ, ਉਹ ਮੌਲਾ ਹੈ, ਉਹ ਵਾਹਿਗੁਰੂ ਹੈ, ਜਿਨ ਜਗ ਮੌਲਿਆ, ਜਿਹਨੇ ਸਾਰੀ ਧਰਤੀ ਨੂੰ ਬਣਾਇਆ, ਸਾਰੀ ਧਰਤੀ ਦੇ ਵਿੱਚ ਆਪਣਾ ਆਪ ਟਿਕਾ ਕੇ ਉਹ ਹਾਜ਼ਰ ਨਾਜ਼ਰ ਹੈ, ਉਹ ਕਿੱਥੇ ਨਹੀਂ ਗਿਆ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ, ਉਹ ਇਹਦੇ ਵਿੱਚ ਹੀ ਵਸ ਰਿਹਾ, ਉਹ ਕਿਤੇ ਹੋਰ ਨਹੀਂ ਗਿਆ। ਇਸ ਕਰਕੇ ਇਹ ਸ੍ਰਿਸ਼ਟੀ ਮੌਲਿਆ, ਮੌਲੀ ਪਈ ਹੈ। ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਜਿਸ ਥਾਂ ਤੇ ਵਾਹਿਗੁਰੂ ਮੌਜੂਦ ਹੈ ਉਹ ਮੌਲੀ ਪਈ ਹੈ, ਤੇ ਜਿਸ ਥਾਂ ਤੇ ਵਾਹਿਗੁਰੂ ਨਹੀਂ ਹੈ, ਮਹਾਰਾਜ ਕਹਿੰਦੇ ਉਹ ਸੁੱਕੀ ਹੈ। ਸਾਰੀ ਧਰਤੀ ਤੇ ਮੌਜੂਦ ਹੈ, ਬਸ ਸਾਡੇ ਘਟ ਵਿੱਚ ਉਹਦਾ ਚੇਤਾ ਨਹੀਂ। ਉਹਨੇ ਸਭ ਕੁਝ ਬਣਾਇਆ, ਸਭ ਕੁਝ ਦੀ ਦੇਖਭਾਲ ਕਰ ਰਿਹਾ, ਪਰ ਮਹਾਰਾਜ ਕਹਿੰਦੇ ਸਾਡੇ ਚਿੰਤਨ ਦੇ ਵਿੱਚ ਕੰਚਨ ਨਾਰੀ ਮਹਿ ਜੀਓ ਲੁਬਤ ਹੈ, ਮੋਹ ਮੀਠਾ ਮਾਇਆ।
घर मंदिर घोड़े खुशी मन अनरस लाया, ਉਹਦਾ चेता तो आया ही नहीं सानू। ਤੇ ਮਹਾਰਾਜ ਕਹਿੰਦੇ ਜਿੰਨਾ ਚਿਰ ਤੱਕ ਉਹਦਾ ਚੇਤਾ ਨਹੀਂ ਆਇਆ ਅਸੀਂ ਸੁੱਕੇ ਹਾਂ। ਸਾਡੇ ਅੰਦਰ ਖਸਮ ਵਿਸਾਰ ਹੈ ਤੇ ਕਮਜ਼ਾਤ ਨਾਨਕ ਨਾਵੈ ਬਾਜ ਸਨਾਤ। ਹਰ ਬਿਸਰਤ ਸਦਾ ਖੁਆਰੀ। ਮਹਾਰਾਜ ਕਹਿੰਦੇ ਖੁਆਰ ਹਾਂ ਉਸ ਵਾਹਿਗੁਰੂ ਨੂੰ ਵਿਸਾਰ ਕੇ। ਉਸ ਵਾਹਿਗੁਰੂ ਤੋਂ ਟੁੱਟੇ ਹੋਇਆਂ ਤੇ ਅੰਦਰ ਖੁਆਰੀ ਹੈ, ਅੰਦਰ ਸੁੱਕਾਪਨ ਹੈ। ਤੇ ਜਦ ਉਸ ਵਾਹਿਗੁਰੂ ਜੀ ਦਾ ਚੇਤਾ ਆ ਜਾਏ, ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ। ਉਹਨੇ ਸੰਸਾਰ ਵੀ ਹਰਿਆ ਕੀਤਾ। ਤੇ ਜਿਸ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਾਧਨਾ ਨੂੰ ਜਿਗਿਆਸੂ ਨੇ, ਭਗਤ ਨੇ, ਗੁਰਸਿੱਖ ਨੇ, ਗੁਰਮੁਖ ਨੇ ਆਰਾਧਿਆ, ਉਹਦਾ ਅੰਦਰ ਵੀ ਹਰਿਆ ਹੋ ਗਿਆ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖਨ ਤੇ ਪਾਈਐ ਇਹ ਰੁੱਤ ਸੁਹਾਈ। ਤੇ ਕਿਹੜੀ ਰੁੱਤ ਹੈ? ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇਹ ਨਾ ਭਰਮ ਭੁੱਲੋ ਕਿ ਹਜੇ ਤੇ ਕੋਈ ਉਮਰ ਨਹੀਂ, ਹਜੇ ਤੇ ਬਹੁਤ ਸਮਾਂ ਪਿਆ, ਹਜੇ ਤੇ ਮਸਾਂ ਹੀ ਸਾਡਾ ਜਨਮ ਹੋਇਆ 30-40 ਸਾਲ ਪਹਿਲਾਂ, ਹਜੇ ਤੇ ਅਸੀਂ 50-70 ਸਾਲ ਹੋਰ ਜੀਣਾ। ਮਹਾਰਾਜ ਕਹਿੰਦੇ ਇਸ ਭੁਲੇਖੇ ਨੇ ਸਾਨੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਤੋਂ ਤੋੜਤਾ। ਸਾਨੂੰ ਇਹੀ ਭੁਲੇਖਾ ਕਿ ਅਸੀਂ ਬਹੁਤ ਜਿਉਣਾ ਤੇ ਉਹਦੇ ਨਾਮ ਤੋਂ ਅਸੀਂ ਟੁੱਟੇ ਪਏ ਹਾਂ। ਜੇ ਉਹਦਾ ਨਾਮ ਚੇਤੇ ਆ ਜਾਏ ਤੇ ਫਿਰ ਮਹਾਰਾਜ ਕਹਿੰਦੇ ਮਰਨਾ ਵੀ ਚੇਤੇ ਉਹਦੇ ਨਾਮ ਤੋਂ ਹੀ ਆਉਂਦਾ। ਸਤਿਗੁਰੂ ਜੀ ਕਹਿੰਦੇ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਦ ਰਹਾਈ ਧਨ ਸਿਰਜਣਹਾਰੋ। ਧਨ ਸੱਚੇ ਪਾਤਸ਼ਾਹ ਮਨੁੱਖ ਨੂੰ ਬਸ ਇਹੀ ਭੁਲੇਖਾ ਹੈ ਕਿ ਮਨੁੱਖ ਨੇ ਬਹੁਤ ਜਿਉਣਾ ਤੇ ਹਜੇ ਸਿਮਰਨ ਕਰਨ ਦੀ ਕੀ ਲੋੜ ਹੈ, ਹਜੇ ਸਿੱਖ ਬਣਨ ਦੀ ਕੀ ਲੋੜ ਹੈ। ਬਣਾਂਗੇ ਜਦ ਢਲਦੀ ਉਮਰ ਆ ਜਾਏਗੀ, ਜਦ ਪੁੱਤਰਾਂ ਦੇ ਧੀਆਂ ਦੇ ਵਿਆਹ ਕਰਤੇ, ਪੋਤਰਿਆਂ ਦੇ ਕਰਤੇ, ਦੋਤਰਿਆਂ ਦੇ ਕਰਤੇ। ਨਹੀਂ ਜੀ, ਪੜ ਪੋਤਰੇ ਵੀ ਵੇਖ ਕੇ ਜਾਵਾਂਗੇ ਤਾਂ ਫਿਰ ਕਿੱਥੇ ਗੁਰੂ ਵਾਲੇ ਬਣਾਂਗੇ। ਮਹਾਰਾਜ ਕਹਿੰਦੇ ਬੰਦਿਆ ਇਹ ਜਿਹੜਾ ਆਬ ਖਾਕ ਇਹ ਧਰਤੀ ਜਿਹੜੀ ਬਣਾਈ ਹੈ ਨਾ ਸਿਰਜਣਹਾਰ ਨੇ, ਇਹ ਉਸ ਸਿਰਜਣਹਾਰ ਦੇ ਹੁਕਮ ਵਿੱਚ ਹੈ। ਤੇ ਤੂੰ ਇਸ ਧਰਤੀ ਦੇ ਉੱਤੇ ਇੱਕ ਜ਼ਰਰੇ ਦੀ ਵੀ ਨਿਆਈ ਨਹੀਂ ਹੈ, ਇੱਕ ਕਿਣਕੇ ਦੀ ਵੀ ਨਿਆਈ ਨਹੀਂ ਹੈ। ਤੂੰ ਸੋਚਦਾ ਹੈ ਹਮ ਵੀ ਹੋਤੇ हैं। ਮਹਾਰਾਜ ਕਹਿੰਦੇ ਜਿੰਨੇ ਸਾਰਾ ਕੁਝ ਬਣਾਤਾ ਉਹ ਧਨ ਹੈ ਸਿਰਜਣਹਾਰ, ਉਹਨੂੰ ਚੇਤੇ ਕਰ। ਤੇ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਸ਼ਬਦ ਕਿੱਡਾ ਕਮਾਲ ਦਾ, ਤਿਲੰਗ ਰਾਗ ਦਾ, ਇਸੀ ਸ਼ਬਦ ਦੇ ਭਾਵ ਅਰਥ ਨੂੰ ਖੋਲਦਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅੱਜ ਕਹਿੰਦੇ ਆਬ, ਆਬ ਦਾ ਮਤਲਬ ਪਾਣੀ, ਖਾਕ, ਖਾਕ ਦਾ ਮਤਲਬ, ਇਹ ਸਾਰੇ ਲਫ਼ਜ਼ ਉਰਦੂ ਦੇ ਨੇ, ਇਹ ਆਏ ਅਰਬੀ ਵਿੱਚੋਂ ਨੇ, ਅਰਬੀ ਫਾਰਸੀ ਦੇ ਲਫ਼ਜ਼ਾਂ ਵਿੱਚੋਂ। ਆਬ ਦਾ ਮਤਲਬ ਪਾਣੀ, ਖਾਕ ਦਾ ਮਤਲਬ ਮਿੱਟੀ। ਆਬ ਖਾਕ ਜਿਨ ਬੰਦ ਰਹਾਈ। ਤੈਨੂੰ ਉਸ ਵਾਹਿਗੁਰੂ ਦਾ ਚੇਤਾ ਇਸ ਸ੍ਰਿਸ਼ਟੀ ਨੂੰ ਵੇਖ ਕੇ ਵੀ ਨਹੀਂ ਆਉਂਦਾ ਕਿ ਕਮਾਲ ਹੈ। ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਇਸ ਧਰਤੀ ਦਾ 1/3 ਹਿੱਸਾ ਸਮੁੰਦਰ ਹੈ, ਪਾਣੀ ਹੈ, ਤੇ ਜਿੰਨੀ ਕੁ ਬਾਕੀ ਬਚੀ ਉਹ ਧਰਤੀ ਹੈ, ਉਹ ਮਿੱਟੀ ਹੈ। ਪਰ ਕਮਾਲ ਦੀ ਗੱਲ ਹੈ, ਪਾਣੀ ਤੇ ਮਿੱਟੀ ਉਹਨੇ ਗੁੰਦ ਕੇ ਬੰਨ੍ਹ ਕੇ ਰੱਖਤੀ। ਤੇ ਤੂੰ ਬੰਦਿਆ ਮਿੱਟੀ ਤੇ ਪਾਣੀ ਗਲਾਸ ਵਿੱਚ ਪਾ ਤੇ ਘੁਲ ਜਾਏਗੀ, ਪਰ ਕਦੀ ਵੀ ਸਮੁੰਦਰ ਧਰਤੀ ਨੂੰ ਨਹੀਂ ਨਿਗਲ ਰਿਹਾ ਤੇ ਨਾ ਧਰਤੀ ਸਮੁੰਦਰ ਦਾ ਹਿੱਸਾ ਲੈ ਰਹੀ ਹੈ। ਭਾਵੇਂ ਕਿ ਉਸ ਕੁਦਰਤ ਦੇ ਹੁਕਮ ਵਿੱਚ ਹੈ, ਪਰ ਉਹਨੇ ਕਿਵੇਂ ਬੱਝ ਦਿੱਤੀ, ਇਹ ਉਹਦਾ ਨੇਮ ਹੈ, ਇਹ ਉਹਦਾ ਹੁਕਮ ਹੈ। ਖਾਕ ਨੂਰ ਕਰਦਨ ਆਲਮ ਦੁਨੀਆਏ। ਉਹਨੇ ਖਾਕ ਦੇ ਵਿੱਚ ਆਪਣਾ ਨੂਰ ਪਾ ਕੇ ਸਾਨੂੰ ਤੁਰਨ ਫੇਰਨ ਜੋਗਾ ਕਰਤਾ, ਬੋਲਣ ਜੋਗਾ ਕਰਤਾ, ਖਾਣ ਪੀਣ ਜੋਗਾ ਕਰਤਾ, ਸੁੱਖ ਮਾਣਨ ਜੋਗਾ ਕਰਤਾ, ਸਾਨੂੰ ਸਰਦਾਰੀਆਂ ਬਖਸ਼ਦੀਆਂ। ਜੇ ਉਹਦਾ ਸ਼ੁਕਰਾਨਾ ਨਹੀਂ ਕੀਤਾ ਤੇ ਫਿਰ ਕਾਹਦੇ ਅਸੀਂ ਉਹਦੇ ਹੋਏ। ਖਾਕ ਦੇ ਵਿੱਚ ਨੂਰ ਪਾ ਕੇ ਉਹਨੇ ਆਲਮ ਦੁਨੀਆਏ ਕੈਸੀ ਦੁਨੀਆ ਬਣਾਤੀ। ਅਸਮਾਨ ਜ਼ਿਮੀ ਦਰਖਤ ਆਬ ਖਾਕ ਜਿਨ ਬੰਦ ਰਹਾਈ। ਅਸਮਾਨ ਜ਼ਿਮੀ ਦਰਖਤ ਆਬ ਪੈਦਾਇਸ਼ ਖੁਦਾਏ। ਇਹ 4 ਚੀਜ਼ਾਂ ਬੰਦਾ ਨਹੀਂ ਬਣਾ ਸਕਦਾ। ਇਹ ਜਿਸ ਦਾ ਸੰਸਾਰ ਅਸਮਾਨ ਦਾ ਮਤਲਬ ਹੈ ਸਪੇਸ, ਆਬਾ ਮੰਡਲ। ਇਹ ਇੱਕ ਧਰਤੀ ਨਹੀਂ, ਇੱਥੇ ਕਰੋੜਾਂ ਹੀ ਹੈ। ਇੱਥੇ ਇੱਕ ਸੂਰਜ ਨਹੀਂ, ਇੱਥੇ ਪਾਤਾਲਾਂ ਪਾਤਾਲ ਲੱਖ। ਆਗਾਸਾ ਆਗਾਸ ਬਣਾ ਸਕਦਾ ਤੇ ਦੱਸ, ਬੜਾ ਫੰਨੇ ਖਾਂ ਬਣਦਾ।
ਦਰਖਤ ਬਣਾ ਸਕਦੇ ਹਾਂ। ਦਰਖਤ ਮਹਾਰਾਜ ਕਹਿੰਦੇ ਜਿਸ ਤੋਂ ਅਸੀਂ ਆਕਸੀਜਨ ਲੈਂਦੇ ਹਾਂ, ਆਬ ਪਾਣੀ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਏ। ਖਾਕ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜ਼ਿਮੀ ਦਰਖਤ ਆਬ ਪੈਦਾਇਸ਼ ਖੁਦਾਏ, ਇਹ ਉਹਨੇ ਬਣਾਈ। ਬੰਦੇ ਚਸ਼ਮ ਦੀਦੰਗ ਫਨਾਏ, ਜੋ ਤੂੰ ਦੇਖ ਰਿਹਾ ਸਭ ਫਨਾ ਹੋਏਗਾ, ਇੱਕ ਵਾਹਿਗੁਰੂ ਫਨਾ ਹੋਣ ਵਾਲਾ ਨਹੀਂ ਹੈ। ਤੂੰ ਆਪਣੇ ਆਪ ਨੂੰ ਦੇਖ ਰਿਹਾ, ਤੂੰ ਆਪਣੀ ਦੌਲਤ, ਆਪਣੀ ਸ਼ੌਹਰਤ, ਜੋ ਕੁਛ ਦੇਖ ਰਿਹਾ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸਕੀ ਧਰਿਆ, ਕੋਈ ਨਹੀਂ ਰਹਿਣ ਵਾਲਾ। ਇੱਥੇ ਦੇ ਮਾਤ ਪਿਤਾ ਬਨਤਾ ਸੁਤ ਬੰਦਿਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਮਰਣਾ ਮੁੱਲਾ ਮਰਣਾ, ਭੀ ਕਰਤਾ ਰਹੋ ਡਰਨਾ ਰਹਾਓ। ਇੱਥੇ ਮਰਨਾ ਸਭ ਨੇ। ਬੰਦੇ ਚਸ਼ਮ ਦੀਦੰਗ ਫਨਾਏ, ਜੋ ਦੇਖ ਰਹੇ ਆ ਸਭ ਫਨਾ ਹੋਏਗਾ। ਇਸ ਗੱਲ ਨੂੰ ਆਪਣੇ ਹਿਰਦੇ 'ਚ ਅੱਜ ਹੀ ਚੇਤੇ ਕਰ ਲੈ। ਬੰਦੇ ਚਸ਼ਮ ਦੀਦੰਗ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਤੂੰ ਜੇ ਦੁਨੀਆ ਨੂੰ ਵੇਖ ਕੇ ਜੀਵਨ ਜੀਵੇਂਗਾ ਨਾ, ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਕਰੋੜਾਂ ਹੀ ਐਸੇ ਮਿਲਣਗੇ ਜਿਹੜੇ ਦੁਨੀਆ ਦੇ ਵਿੱਚ ਰੱਬ ਨੂੰ ਭੁੱਲ ਕੇ ਗਰਕ ਹੋਏ ਹੋਏ ਨੇ, ਤੇ ਉਹਨਾਂ ਕਰੋੜਾਂ ਦੇ ਵਿੱਚੋਂ ਕੋਈ ਵਿਰਲੇ ਐਸੇ ਨੇ, ਕੋਈ ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਕੋਈ ਇੱਕ ਵਿੱਚੋਂ ਕੋਈ ਅੱਧਾ ਹੋਏਗਾ ਜਿਹੜਾ ਉਸ ਸਿਰਜਣਹਾਰ ਦੇ ਨਾਮ ਦੇ ਵਿੱਚ ਰੰਗੀਚਿਆ ਹੋਏਗਾ। ਨਹੀਂ ਤੇ ਦੁਨੀਆ ਨੂੰ ਵੇਖ ਕੇ ਤੂੰ ਦੇਖ ਰਿਹਾ, ਜੀ ਰਿਹਾ। ਮਹਾਰਾਜ ਜੀ ਕਹਿੰਦੇ ਬੰਦੇ ਚਸ਼ਮ ਦੀਦੰਗ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਦੁਨੀਆ ਮੁਰਦਾਰ, ਮੁਰਦਾ ਖਾ ਰਹੀ ਹੈ, ਬੰਦਾ ਬੰਦੇ ਨੂੰ ਖਾਣ ਨੂੰ ਰਾਜ਼ੀ ਹੈ। ਮੁਰਦਾਰ ਦਾ ਮਤਲਬ ਇਹ ਨਹੀਂ ਬੰਦਾ ਬੰਦੇ ਨੂੰ ਵੱਢ ਕੇ ਖਾ ਰਿਹਾ, ਬੰਦਾ ਬੰਦੇ ਦਾ ਵੈਰੀ ਹੈ। ਖੁਰਦਨੀ ਗਾਫਲ ਹਵਾਏ, ਗਫਲਤ ਦੇ ਵਿੱਚ। ਹਵਾਏ ਦਾ ਮਤਲਬ ਹਿਰਸ, ਹਵਸ ਦੇ ਵਿੱਚ ਹੈ। ਮਹਾਰਾਜ ਕਹਿੰਦੇ ਕਿਸੇ ਦੀ ਅੱਖਾਂ ਵਿੱਚ ਜਿਹਦੇ ਅੰਦਰ ਰੱਬ ਨਹੀਂ ਨਾ, ਉਹਦੀ ਅੱਖਾਂ 'ਚ ਸਬਰ ਸੰਤੋਖ ਨਹੀਂ, ਉਹਦੀ ਅੱਖਾਂ ਦੇ ਵਿੱਚ ਪ੍ਰੇਮ ਦਾ ਵੈਰਾਗ ਨਹੀਂ, ਉਹਦੀਆਂ ਅੱਖਾਂ ਹਰ ਅੰਮ੍ਰਿਤ ਭਿੰਨੇ ਲੋਇਣਾ ਨਹੀਂ, ਉਹਦੀਆਂ ਅੱਖਾਂ ਦੇ ਵਿੱਚ ਹਵਸ ਹੈ। ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ, ਦਿਲ ਕਬਜ਼ ਕਬਜ਼ਾ ਕਾਦਰੋ ਦੋਜ਼ਖ ਸਜ਼ਾਏ। ਦਿਲ ਦੇ ਉੱਤੇ ਕਬਜ਼ਾ ਖੁਦਾ ਦਾ, ਵਾਹਿਗੁਰੂ ਦਾ ਹੋਣਾ ਚਾਹੀਦਾ ਸੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ, ਧੰਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਾ ਅਸਰ ਹੋਣਾ ਚਾਹੀਦਾ ਸੀ। ਮਹਾਰਾਜ ਕਹਿੰਦੇ ਇਹਦੇ ਉੱਤੇ ਹੋਰ ਹੀ ਅਸਰ ਹੈ, ਇਹਦੇ ਉੱਤੇ ਹਉਮੈ ਦਾ ਅਸਰ ਹੈ, ਮਾਇਆ ਦਾ ਅਸਰ ਹੈ। ਕੌਣ ਵੱਡਾ? ਮਾਇਆ ਵਡਿਆਈ। ਇਹਦੇ ਉੱਤੇ ਦੁਨੀਆ ਦੀ ਚਕਾਚੌਂਧ ਦਾ ਅਸਰ ਹੈ। ਤੇ ਜਿਹਨੇ ਸ੍ਰਿਸ਼ਟੀ ਬਣਾਈ, ਸਿਰਜਣਹਾਰ ਦਾ ਅਸਰ ਨਹੀਂ। ਸ੍ਰਿਸ਼ਟੀ ਨੂੰ ਵੇਖ ਕੇ ਸਿਰਜਣਹਾਰ ਭੁੱਲ ਗਿਆ। ਕੀਤੇ ਕੋ ਮੇਰਾ ਸਮਾਣੈ, ਕਰਨਹਾਰ ਤ੍ਰਿਣ ਜਾਣੈ। ਸੁਮੇਰ ਪਰਬਤ ਜਾਣ ਲਿਆ ਉਸ ਵਾਹਿਗੁਰੂ ਦੀ ਬਣਾਈ ਸ੍ਰਿਸ਼ਟੀ ਨੂੰ, ਤੇ ਉਸ ਵਾਹਿਗੁਰੂ ਜਿਹਨੇ ਬਣਾਇਆ ਉਹਨੂੰ ਤਿਨਕਾ ਮੰਨ ਲਿਆ। ਕਮਾਲ ਦੀ ਗੱਲ ਹੈ, ਮਨੁੱਖ ਤੇਰੀਆਂ ਅੱਖਾਂ ਅੱਗੇ ਅਗਿਆਨਤਾ ਦਾ ਹਨੇਰਾ ਪਸਰ ਗਿਆ। ਦਿਲ ਕਬਜ਼ ਕਬਜ਼ਾ ਕਾਦਰੋ ਦੋਜ਼ਖ ਸਜ਼ਾਏ। ਤੇਰੇ ਦਿਲ ਦੇ ਉੱਤੇ ਕਿਹਦਾ ਕਬਜ਼ਾ? ਦੇਖ ਤਾਂ ਸਹੀ ਬੰਦੇ, ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਸਿਹਰ ਦਾ ਮਤਲਬ ਜਾਦੂਗਰੀ, ਸਹਿਰ ਨਹੀਂ ਹੈ, ਸਿਹਰ ਹੈ। ਸਿਹਰ ਜਾਦੂਗਰੀ ਦਾ ਮੇਲਾ, ਧੋਖਾ ਦੇਣ ਵਾਲੀ ਹੈ ਇਹ ਮਾਇਆ, ਇਹ ਚੋਰਟੀ ਹੈ। ਇਹ ਜੋ ਦਿਸ ਰਿਹਾ ਉਹ ਸੱਚ ਨਹੀਂ, ਸਭ ਫਨਾ ਹੋਣ ਵਾਲਾ ਹੈ। ਦੁਨੀਆ 'ਚ ਜੋ ਦਿਸਦਾ ਪਸਾਰਾ ਹੈ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਕੋਈ ਤੂੰ ਫੜ, ਕੋਈ ਤੇਰੀ ਬਾਂਹ ਫੜਨ ਵਾਲਾ ਨਹੀਂ, ਤੇ ਤੂੰ ਕੋਈ ਕਿਸੇ ਨੂੰ ਘੁੱਟ ਕੇ ਫੜ ਨਹੀਂ ਸਕਦਾ ਸਦਾ ਲਈ। ਦਿਲ ਕਬਜ਼ ਕਬਜ਼ਾ ਕਾਦਰੋ ਦੋਜ਼ਖ ਸਜ਼ਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ। ਜਿੰਨਾ ਮਰਜੀ ਇਕੱਠਾ ਕਰ ਲੈ। ਵਲੀ ਨਿਆਮਤ ਬਿਰਾਦਰਾਂ, ਬਈ ਮੇਰੇ ਭਰਾ ਨੇ, ਮੇਰੀਆਂ ਦੌਲਤਾਂ, ਮੇਰੀਆਂ ਸ਼ੌਹਰਤਾਂ, ਮੇਰੀ ਵਿਦਿਆ, ਮੇਰਾ ਧਨ, ਮੇਰੀ ਸਿਆਣਪ, ਮੇਰੀ ਚਤੁਰਾਈ, ਮੇਰੇ ਨੌਕਰ ਚਾਕਰ, ਮੇਰੀ ਧਨ ਦੌਲਤ, ਮੇਰਾ ਬੈਂਕ ਬੈਲੈਂਸ, ਜਿੰਨਾ ਮਰਜੀ ਇਕੱਠਾ ਕਰ ਲੈ। ਬਾਬਾ ਸ਼ੇਖ ਫਰੀਦ ਕਹਿੰਦੇ 3.5 ਮਣ ਦੇਹੁਰੀ, ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਥ ਅਸੂਣੀ ਬਨ। ਮਲਕਲ ਮੌਤ ਜਾਂ ਆਵਸੀ, ਸਭ ਦਰਵਾਜੇ ਬੰਦ। ਮਰਨਾ ਮੁੱਲਾ ਮਰਨਾ,
जिन्ना मर्जी इकट्ठा कर लै, जिन्ना मर्जी मान कर लै इकट्ठा करके, पर मौत तो फिर भी आएगी, फिर भी आएगी। दरबार मिल्क खानाए, दरबार दा मिल्क कह मतलब है बड़े बड़े तेरे दरबार होण। मिल्क खानाए दा, मिल्क दा मतलब है तेरियां ज़मीनां, तेरियां दौलतां। खानाए दा मतलब है तू अपने घर दे विच ज़मीन पट पट के भी दौलत रखी होए, भावें जिन्ना मर्जी रख लै। मरना मुला मरना। खाक नूर करदंग आलम दुनिया, आसमान ज़मीन दरख्त आप पैदाइश खुदाए, बंदे चशम दीदंग फनाए, दुनिया मुर्दार खुर्दनी गाफल हवाए, दिल कब्ज़ कब्ज़ा कादरो दोज़क सजाए, वली नियामत बिरादरां दरबार मिल्क खानाए, जब अज़राइल बस्तनी तबचे कारे बिदाए। मौत दे फरिश्ते ने जिस वेले आके क्या ना, अमल सिरानो लेखा देना, आए कठन दूत जम लेना, क्या तय खटिया कहाँ गवाया, चलो सिताब दीवान बुलाया। चल भाई तेरा समा पूरा हो गया। बंदा कहता पूरा हो गया, अजे तो कुछ भी नहीं किया मैं, हाए पूरा हो गया, ये किवें हो गया? तो बंदा फिर ना सौदेबाजियां करता है मौत के दूत नाल। कबीर साहब कहते कबीर साहब नूं कहते, बंदा कहता बड़ा, कहता मौत के फरिश्ते नूं कहता कि मैनू रात का वेला अज दे दे ते कल का दिन दे दे। मैं बड़े लोगों तो, बड़े पिंडां तो, बड़े शहरों तो पैसा इकट्ठा करना है, उन्हां तो भी लैना, उन्हां तो भी लैना, तो कुछ मैं तेनू भी दे दांगा रिश्वत, तेरा भी चाह पानी कर दांगा, तू मैनू एक दिन का वेला दे दे। पर धन गुरु नानक साहब महाराज कहते हैं कि सच तो यह है कि बंदा कहता है कि यदी उम्र नहीं सी मरण दी, ये उम्र तो पहले ही चला गया, यदा वेला नहीं सी जानदा। धन गुरु नानक साहब कहते हैं बंदा तो ये कहता यदा वेला नहीं सी, पर सच ये है जिदा वेला आया उन्हें मरना है, ते जिदा वेला नहीं आया उन्हें नहीं मरना। जिनकी चीरी दरगाह पाटी तिना मरना भाई। सच तो ये है कि जैसे किरसान बोवै किरसानी, काची पाकी बाड़ पुरानी, ये तो उस वाहिगुरू की फसल है, वो भावें कच्ची वढ़ ले, भावें डडरी वढ़ ले, ते भावें पका के वढ़ ले, कोई दावा नहीं कर सकता। मौत का हक किसी बंदे कोल नहीं है। वैदो ना वाई भैणों ना भाई, कोई कहे नहीं जी वैद बचा लेगा, वैद भी तां बचाएगा जे हजे श्वास ने। वैदो ना वाई भैणों ना भाई, एको सहाई राम है, कीता जिस होवे पापा मल धोवै, सो सिमरो प्रधान है, ਉਹਨੂੰ ਚੇਤੇ नहीं किया। महाराज जी बाबा शेख फरीद कहते 3.5 मन देहोरी खा पी के देहोरी बावा बनाई, तगड़ी भी बनाई, चले पानी अन्न है, तो पानी अन्न की चलती, नोट थोड़ी खा सकते हैं, करंसी थोड़ी खा सकते हैं, जिन्ना मर्जी इकट्ठा कर लो। ताइयों पंजाब की धरती पंज आब पानी की धरती है। किसी धरती तो पेट्रोल निकलता है, किथे तो मिनरल्स निकलते हैं, कितों कोई हीरे चांदी, कोई जवाहरात कटदा धरती पाड़ के। एक पंजाब की धरती है जिदा सीना पाड़ो तो पीने वाला पानी निकलता है, जिंद देण वाला पानी निकलता है। पहला पानी जीव है, तां इस धरती नूं पवित्र किया धन सतगुरु गुरु नानक साहब महाराज जी ने। एक खेड है, 3.5 मन देवरी चलै पानी अन आयो बंदा दुनी विच वथ आसूनी। आसूनी का मतलब 100 साल की तैयारी, सालों की तैयारी। 10 साल बाद ये करना, 20 साल बाद ये करांगा, 30 साल बाद ये, 50 साल तो बाद फिर सोचांगे, 60 तो हो के बाद फिर गुरु वाले बनांगे, सोच लांगे फिर अमृत भी छकना है। आयो बंदा दुनी विच वथ असूनी बन, मलकल मौत जां आवसी, मरना मुला मरना। जिस दिन वो मौत आ गई ना, सब दरवाजे भन। विद्या का भी दरवाजा है, ये भी भन देगी, दौलत भी दरवाजा है, ये भी भन देगी, भरा भी। ये महाराज जी कहते गुरु अर्जुन साहब, वली नियामत बिरादरां दरबार मिल्क खानाए, ये सारे दरवाजे ने, सब भन देगी। जब अजराइल बसनी तब चेकारे बिदाए, फिर की करेंगा? केड़ी दौलत दे नाल तू श्वास खरीद लेंगा, केड़ी दौलत दे नाल तू जीवन नू खरीद लेंगा? महाराज कहते समा बहुता नहीं है, बस इसी भुलेखे विच असी रोज़ का दिन बतीत कर दिंदे हां। असी अपने श्वासां नू बतीत कर रहे हैं कि अजे बहुत पिया,
महाराज कहते औद घटै दिनस रहन आरे मन, गुरमिल काज सवारे। रहाओ दी तुक मरना मुला मरना। जब अजराइल बस अजराइल 4 फरिश्तियां विचों, कुरान दे विच 4 फरिश्तियां दा जिक्र है, उहदे विचों एक फरिश्ता अजराइल है, उन्होंने मौत दा फरिश्ता कहा। गुरु नानक साहब ने भी जिक्र किया, यख अर्ज गुफ्तम पेश तो दरगोश कुन करतार, हका कबीर करीम तू बेऐब बरवदगार। दुनिया मुकामे फानी, दुनिया नू तू सोची बैठा है, वो नहीं है। दुनिया वो है जो गुरु बाबा जी कहते हैं, दुनिया का मुकाम है फना होना, नष्ट होना, खत्म होना। सब घट रहा, एक वाहिगुरु नहीं घट रहा। अल्लाह अलख अगम कादर करन हार करीम, सब दुनिया आवण जावणी मुकाम एक रहीम। वो नहीं घट सकता। मुकाम तिसनों आखी है जिस सिस ना हो भी लेख। साडे सिर ते लेख है, असी मरना है। संबत साहा लिखिया, साहा चिट्ठी साडे घर भी आई है, आउणी है कल गुआंढियां दे ते अज साडे भी, पर उहदे सिर ते लेख नहीं है मौत दा। दिन रब चलै, दिन भी जाएगा तो सूरज भी खत्म होएगा, सूरज ने भी खत्म होना है। निस सस चलै, रात भी जाएगी तो चंद्रमा की भी उम्र घट रही है। तारिका लख पलोए, लखां करोड़ां तारे भी जेड़े देखते हो सब फना होणगे, पर एक फना होने वाला नहीं है। मुकाम वही एक है, नानका सच बुगोए। उन्होंने चेते कर बंदिया, वो नहीं फना होने वाला, उन्हें खत्म नहीं होना। ते जो तू मान करी बैठा है दरबार मिल्क खान आए, जो तू मान करी बैठा है मलकल मौत जां आवसी सब दरवाजे भन। ये सारे दरवाजे तोड़ के आएगी। तू केड़ा केड़ा दरवाजे दा मान करी बैठा है? कोई दरवाज़ा नहीं टिकेगा मौत दे आगे। मौत ये नहीं पुछ के आउंदी कि इस करके गग्गा गोबिंद गुण रवो, सास सास जपनीत, कहा विसासा देह का बिलम ना करो मीत। इस शरीर का कोई विश्वास नहीं, नह बारक नह जूबन है। बंदा कहे बुढ़े होके मरना है, वड्डे होके, इत्थे ते जबान ते बुढ़े, इत्थे कुछ नहीं पता, ओदी खेती है। भाई गुरदास जी ने गुरु नानक साहब जी के सिखां की नामावली विचों एक सिख का जिक्र किया है, तारू पोपट। एक तुक लिखी है, गुरमुख बाल सुभाए उदासी। बाल सुभाए उदासी की खिताब भाई गुरदास जी ने दिता गुरु नानक साहब के दर का। करतारपुर की धरती ते सतगुरु गुरु नानक साहब महाराज जी के दरबार सजते हैं, कीर्तन होंदे ने, करते की सिफत सना गाई जाती है, इबादत होती है। गुरु नानक साहब देखते हैं कि एक छोटी उम्र का बालक जिसका नाम तारू है, वो रोज़ाना आउंदा है। तो गुरु नानक साहब महाराज जी ने उन्होंने नेड़े बुला के, उन्होंने नेड़े बुला के आख्या तेरा नाम? कहते जी तारू, तारू पोपट। कहते बचिया तू भर गर्मियां भी सारे दिन रोज़ आउंदा रहा अमृत वेले, ते भर सर्दियां भी रोज़ आउंदा रहा अमृत वेला सामदा रहा। ये किवें? नींद नहीं आउंदी, आलस नहीं आउंदा। ते अगों भाई तारू कहंदा सतगुर सच्चे पातशाह ये तुहाडे तो सिखिया है, जिस दिन मौत दिस पई ना उस दिन जीवन के सारे आलस खत्म हो जाते। जिस दिन मरना दिस गया उस दिन जीवन के सारे आलस। एक तुहाडे इस सिखिया तो ये गुरसाखी जोत प्रगट होए, तुहाडी सिखियावां तो ये समझा। तो दूसरा घर माँ ने एक दिन कहा सी कि पुत्र तारू चुल्हे विच लकड़ां बाल। मैं लकड़ां बालन का जतन किया, वाहवा चिर मैं जतन किया, मेथों अग ना बले। माँ के कहती वे तारू आ ते इथों अग नहीं बली, तो मैं वड्डी बल्ली नूं अग ला रहा सी लक्कड़ दी। माँ कहती वड्डी नूं अग नहीं लगती, पहला छोटे छोटे कख ते किणके तिणकियां नूं अग बालनी पैंदी है। माँ ने अग बाली, छोटे तिणके भी सड़े ते वड्डे बल भी सड़े, बलियां भी सड़ियां। मैनू ये अंदरों सोझी मिली कि उस पार ब्रह्म परमेश्वर का जिहड़ा हुक्म है ना, इस मौत रूपी अग विचों सारे बराबर सड़ते हैं।
ਨਹਿ ਬਾਰਕ ਨਹਿ ਜੋਬਨ ਹੈ। ਇੱਥੇ ਕਾਚੀ ਪਾਕੀ ਬਾੜ ਪਿਰਾਣੀ ਹੈ। ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਮਰਨਾ ਮੁੱਲਾ ਮਰਨਾ, ਭੀ ਕਰਤਾਰੋ ਡਰਨਾ। ਤੇ ਕਰਤਾਰ ਦਾ ਚੇਤਾ ਕਰ, ਉਹਦਾ ਚੇਤਾ ਕਰਨਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੀ ਤਾਬੇਦਾਰੀ ਕਰਨੀ, ਇਹੀ ਤੇਰੇ ਜੀਵਨ ਨੂੰ ਸੁੱਖ ਦੇ ਸਕਦੀ ਹੈ। वली नियामत बिरादरां दरबार मिल्क खान आए, जब अजराइल बस्तनी तब चेकारे बिदाए। हवाल मालूम करदंग पाक अल्लाह। तेरे हिरदे दे अंदर, तेरे दिल दे अंदर की चल रहा है, तेरे सकियां नूं भी नहीं पता। तेरे नाल रहिंदियां वालियां, जो मेरे दिल विच चल रहा, मेरे नाल रहिंदे वालियां नूं पता लग जाए, हो सकदा वो मैनूं बुलाउण ही ना। इन्ना पाप अंदर, हवस इन्नी होए। धन गुरु अर्जुन साहब कहते, तेरे दिल दे अंदर दी जानन वाला वो है, हवाल मालूम करदंग पाक अल्लाह। वो अंदर दी जानदा है, इस करके हाथ जोड़, ओदी ताबेदारी कर, गुरु दे शब्द विच जीवन बतीत कर। बुगो नानक अरदास पेश दरवेश बंदा। दुनिया नूं वेखेगा ते गफलत वेखेगा, हवस वेखेगा, हिरस वेखेगा, भुख वेखेगा, चोरी चकारी धोखेबाजी वेखेगा, इत्थे बाहर क्रोध वेखेगा। पर जे दरवेशी वेखेगा, फिर तेरे अंदर सच पैदा होएगा। फिर पता लगेगा मरना मुल्ला मरना। बोला शेख फरीद प्यारे अल्लाह लगे। 4 शब्द ने बाबा शेख फरीद दे, बाकी सलोक ने। उहदे विचों एक शब्द बोला शेख फरीद प्यारे अल्लाह लगे। ये तन होसी खाक निमाणी गोर करे। अज ये तुरिया फिरदा सोहणे कपड़े पा के, ते जिन्ना बंदा सिर कटदा ना अहंकार दे विच, जिन्ना बंदा कहंदा हम भी होते हैं, ते उहदे अंदर हलेमी नहीं, शुक्र नहीं, जीवन नूं जीउण दा नज़रिया नहीं बदलिया, दूजे नूं बर्दाश्त करन दा हाँ, जे कोई गलती कर रहा फिर क्यों बर्दाश्त करिए, पर जे कोई ठीक कर रहा फिर बर्दाश्त करना आए। जे गलती कर रहा तो उसकी गलती सवारनी भी अज दे शब्द का उपदेश है। तां कोई मुला, तां कोई काजी पढ़िया होया, तां प्रवान है जे उहदे दसे हुक्म विच तुरे। सतगुरु गुरु नानक साहब महाराज जी के इस उपदेश में बाबा शेख फरीद जी के शब्द तो देखिए ना, यह तन होसी खाक निमाणी गोर करे। अज बहुते मान कर रहे हैं, तो एक दिन बाबा शेख फरीद कहते हैं जिन्ना तू अज अहंकारियां फिरदा है ना, उन्नी डूंगी कबर तेरी खोदी जाएगी तो कबरां विच सड़ेगा। एक मैटाफर वरत्या। तो सतगुरु गुरु नानक साहब कहते मरना मुला मरना, भी करतार हो डरना। उस करतार नूं चेते कर। डरना का मतलब ये नहीं कि असी डर डर के जीवन बतीत करिए। डरना का मतलब है उहदे हुक्म विच रहना, उहदे दसे मार्ग ते तुरना। इत मार्ग चले भाई अड़े गुर का है, सो कार कमाई जियो रहाओ दी ए तुक है। ता तू मुला ता तू काजी, जाने नाम खुदाई। जे बहु तेरा पढ़िया हुवै, को रह न भरिया भाई। तां तू मुला तां तू काजी। मुला ते काजी दे विच फर्क है। मुला वो है जो नमाज अदा करदा ते बांग दिंदा मसीत दे चुबारे ते चढ़ के, ते काजी वो है जिहड़ा इस्लाम दी शरा अनुसार फैसले करदा है। इत्थे गुरु नानक साहब महाराज अंदर दी बिरती दोनों नूं संबोधित होके कह रहे हैं कि एक तू बाणी पढ़न वाला भी है, ते एक दूसरा तू अपने आप नूं सरदार कहण वाला भी है, बड़ा कहण वाला भी। मैं पढ़दा, मैं बाणी पढ़दा, मैं पाठ करदा, पर असल दे विच वेला वक्त तू विचारिया ही नहीं। जे तुसी काजी दा अखर देखोगे ना, इस्लामिक महान इस्लामिक कोश दे विच, ते काजी दा लफ्ज़ कुजा तो बने हैं। कुजा दे कई अर्थ होंदे ने। चीर देना भी, कट देना भी कज़ा किया गया है। समा निकलन तो बाद पढ़ी हुई नमाज, उन्होंने भी कज़ा दी नमाज आख्या गया। कज़ा का मतलब है टुट जाना भी कज़ा है।
ਇਹਨੂੰ ਇਸ ਅੱਖਰ ਦੇ ਵਿੱਚ ਦੇਖੋ, ਜਿਵੇਂ ਭਾਈ ਵੀਰ ਸਿੰਘ ਸਮਝਾਉਣ ਦਾ ਯਤਨ ਕਰ ਰਿਹਾ। ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵਿੱਚ ਇਹਦਾ ਅਰਥ ਬੜਾ ਖੋਲ੍ਹ ਕੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਭਾਵੇਂ ਇਹ ਕਾਜ਼ੀ ਵੱਲ ਇਸ਼ਾਰਾ ਕਰ ਰਿਹਾ, ਪਰ ਸਾਡੇ ਮਨ ਵੱਲ ਸਮਝਾ ਰਿਹਾ ਕਿ ਤੂੰ ਬਾਣੀ ਪੜ੍ਹਨ ਵਾਲਾ ਵੀ ਹੈ ਤੇ ਤੂੰ ਆਪਣੇ ਆਪ ਨੂੰ ਸਿਆਣਾ ਵੀ ਸਮਝਦਾ, ਵੱਡਾ ਵੀ ਜਾਣਦਾ ਸਭ ਤੋਂ। ਪਰ ਮਹਾਰਾਜ ਕਹਿੰਦੇ ਆ, ਜੇ ਤੇਰੇ ਅੰਦਰ ਖੁਦਾ ਦਾ ਨਾਮ ਨਹੀਂ, ਵਾਹਿਗੁਰੂ ਦਾ ਨਾਮ ਨਹੀਂ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। तो जे बाणी पढ़ी जाइए तो कहिए जी पढ़ते हैं, क्या पढ़ी है, क्या गुनी है, क्या वेद पुराना सुनिया, पढ़े सुने क्या हुई जाओ, सहज ना मिलियो सोई। जे पढ़िया लिखिया ही, बाणी पढ़िया ही पार उतारा होंदा, फिर महाराज जी नूं ये क्यों कहना पै जांदा कि भाई कला पढ़न दे नाल नहीं, राम राम करता सब जग फिरै, राम ना पाया जाए। जे पढ़न नाल पार उतारा होंदा, फिर महाराज ये क्यों कहते गावीए सुनिए मन रखिए भाओ, दुख पर हर सुख कर ले जाए। जे वसाया ही नहीं तो फिर पढ़िया थोड़ी प्रवान है। सतगुरु गुरु नानक साहब महाराज कहते तातू मुल्ला तातू काजी, जाने नाम खुदाई। जे पढ़ के तेरे अंदर पार ब्रह्म परमेश्वर का ज्ञान ही नहीं, ज्ञान का चानण ही नहीं होया, खुश्क ज्ञान ही हो गया। खुश्क ज्ञान प्रवान नहीं है। पढ़िया हुई इहो जी नमाज़ां के जिस नमाज नूं पढ़िया मत्थे ते निशान पै जे, वो नमाज प्रवान नहीं है। नमाज वो प्रवान है कि जद मत्था टेकिया जाए ऐसी गंभीरता, ऐसी भावना होए। गुरु नानक साहब कहते मत्थे ते निशान नहीं, जिस धरती ते मत्था टेकिया जा रहा तेरी भावना नाल, तेरे खुदा दी खुदाई दे नाल उस धरती ते निशान पै जाए। ये सतगुरु जी ने कहा सी सुल्तानपुर लोधी दी धरती ते कि काजी जी ये नमाज नहीं है, बॉडी जिमनैस्टिक्स, ये रिलीजियस तो हो सकती है, बट दिस इज़ नॉट स्पिरिचुअल। ये स्पिरिचुअल नहीं, ये अंदर दी भावना नहीं, ये नहीं है। मन किथे होर है, मन खरीद फरोख्त कर रहा है, सौदेबाजियां कर रहा है, सौदागरियां कर रहा है घोड़े दियां। ते काजी साहब तुहाडा मन तो ये परेशान है कि वच्छी घोड़ी दी खूही च ना डिग जाए। भई प्राप्त मानुख देहुरिया, गोबिंद मिलन की यह तेरी बरिया। अवर काज तेरा कितै ना काम मिल साध संगत भज। इत्थे केवल नाम ते जप लीए, इत्थे बैठिया उस नाव का एहसास तो कर लिए, जिस नाव नूं महाराज जी कहते नाव तेरा निरंकार है, ना लईए नरक ना जाइए। दुखों का नरक खत्म हो जाता है। कमाल है, नाम की ताकत इन्नी वड्डी है। सानू तो पता ही नहीं। गुरु साहब इवें कह रहे दुख रोग संताप उतरे सुनी सच्ची बाणी। अच्छा दुख रोग संताप भी विसर जाणगे। महाराज कहते ये है नाओ जो नर दुख में दुख नहीं माने, सुख सने अर भै नहीं जाके कंचन माटी माने। ये है नाओ दी अवस्था। नह निंदिया नह उस्तत जाके लोभ मोह अभिमाना। जा महाराज कहते जान है नाम खुदाई। ये है खुदा दी खुदाई कि जे सुख देता तुझे आराधी, दुख भी तुझे ध्याई। जे भुख देता इत ही राजा, दुख विच सूख मनाई। ये है उहदी खुदाई। उहदे भाणे नूं मिठा करके मन लेना, उहदी रज़ा विच आ जाना, उहदे हुक्म नूं मन लेना कि नहीं जी उहनूं असीं ध्याउंदे हां ते सारियां दी ऐसी तैसी करदे हां सी। महाराज कहते नहीं, भावें मैं ये लफ्ज़ बड़ा होछा वरतिया, हल्का वरतिया, पर सतगुरु जी कहते ये कदी बंदगी प्रवान नहीं कि बंदियां दे नाल ते बंदे दा सुभाਅ नहीं कीता ते असीं कहंदे हां जी रब नूं पूजण चले हां। नहावण चले तीर्थी मन खोटे तन चोर। ये प्रवान थोड़ी है। अंदरों झूठे पैज बाहर दुनिया अंदर फैल। 68 तीर्थ जे नहावैं उतरिया नहीं महल। ये नहीं प्रवान, अंदर खुदाई नहीं। फिर महाराज जी कहते
देखो बाबा शेख फरीदा ਕੰਨ ਮੁਸੱਲਾ ਸੂਫ ਗੱਲ, ਬਾਹਰੋਂ ਤੇ ਬਹੁਤ ਧਾਰਮਿਕ ਦਿਸਦਾ, ਦਿਲ ਕਾਤੀ ਗੁੜਵਾਤ, ਪਰ ਅੰਦਰ ਕੈਂਚੀ ਹੈ, ਜ਼ੁਬਾਨ ਮਿੱਠੀ ਹੈ। ਬਾਹਰ ਦੀਸੈ ਚਾਨਣਾ, ਦਿਲ ਹਨਿਆਰੀ ਰਾਤ। ਅੰਦਰ ਖੁਦਾਈ ਨਹੀਂ ਹੈ, ਬਾਹਰ ਦਾ ਦਿਖਾਵਾ ਹੈ ਬਸ, ਅੰਦਰ ਦੀ ਖੁਦਾਈ ਨਹੀਂ। ਮਹਾਰਾਜ ਕਹਿੰਦੇ ਨਾ ਫਿਰ ਤੂੰ ਕਾਜ਼ੀ ਹੈ ਨਾ ਤੂੰ ਮੁਸਲਮਾਨ, ਮੋਮ ਦਿਲ ਹੋਵੈ ਅੰਤਰ ਕੀਮਲ ਅੰਤਰ ਧੋਵੈ। ਇਹ ਹੈ ਮਹਾਰਾਜ ਜੀ ਅਸਲ ਉਪਦੇਸ਼ ਕਰਦੇ। ਦਿਲ ਤੇ ਅਜੇ ਸਖਤ ਹੈ, ਪੱਥਰ ਵਰਗਾ, ਦਿਲ ਤੇ ਅਜੇ ਕਠੋਰ ਹੈ। ਮਹਾਰਾਜ ਕਹਿੰਦੇ ਫਿਰ ਥੋੜੀ ਪ੍ਰਵਾਨ ਹੈ ਨਾ। ਮੱਥਾ ਟੇਕਿਆ ਪ੍ਰਵਾਨ, ਮੈਨੂੰ ਖਿਮਾ ਬਖਸ਼ਿਓ। ਮੱਥਾ ਟੇਕਣ ਦੀ ਵੀ ਜੁਗਤ ਹੈ ਬਾਣੀ ਦੇ ਵਿੱਚ। ਅਪਰਾਧੀ ਦੂਣਾ ਨਿਵੈ, ਜੋ ਹੰਥਾ ਮਿਰਗਾਏ, ਸੀਸ ਨਿਵਾਇਆ ਕਿਆ ਥੀਆ, ਜਾਂ ਹਿਰਦੈ ਕੁਸੁੱਧਾ ਜਾਏ। ਅੰਦਰ ਖੁਦਾਈ ਨਹੀਂ ਹੈ, ਪਰ ਅਸੀਂ ਸਤਿਗੁਰ ਤੋਂ ਖੁਦਾਈ ਮੰਗੀਏ। ਤੇ ਖੁਦਾਈ ਦਾ ਭਾਵ ਕੀ ਹੈ? ਖੁਦਾਈ ਦਾ ਭਾਵ ਹੈ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇਹ ਪਤਾ ਲੱਗੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਸਭ ਦੇ ਵਿੱਚ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਜੇ ਮੁੱਲਾ ਹੋ ਕੇ ਕਾਜ਼ੀ ਹੋ ਕੇ ਤੂੰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਫਿਰ ਨਹੀਂ ਪ੍ਰਵਾਨ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹਨੂੰ ਮਹਾਰਾਜ ਜੀ ਸਮਝਾਉਂਦੇ ਆ, ਉਹ ਸਾਨੂੰ ਵੀ ਸਮਝਾ ਰਹੇ। ਭਾਵੇਂ ਅਸੀਂ ਸਿੱਖ ਹੋਈਏ, ਭਾਵੇਂ ਅਸੀਂ ਆਪਣੇ ਆਪ ਨੂੰ ਸਿੱਖ ਕਹਾਈਏ, ਪਰ ਸਿੱਖੀ ਅੰਦਰ ਨਹੀਂ ਸਾਡੀ। ਇਹ ਨਹੀਂ ਕਿ ਨਹੀਂ ਜੀ ਨਹੀਂ ਸਿੱਖੀ ਅੰਦਰ ਹੈ, ਸਾਨੂੰ ਬਾਹਰ ਦੀ ਸਿੱਖੀ ਨਹੀਂ। ਜਿਹੜੀ ਸੁਹਾਗਣ ਹੈ ਉਹ ਸੁਹਾਗ ਦੇ ਚਿੰਨ੍ਹ ਵੀ ਪਾਉਂਦੀ ਹੈ। ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁਖ ਉਜਲਾ। ਉਹਦੇ ਚਿਹਰੇ ਤੋਂ ਵੀ, ਉਹਦੇ ਬਾਹਰ ਦੇ ਚਿੰਨ੍ਹਾਂ ਤੋਂ ਵੀ ਪਤਾ ਲੱਗਦਾ ਉਹ ਸੁਹਾਗਣ ਹੈ। ਤੇ ਗੁਰਸਿੱਖ ਸਾਬਤ ਸੂਰਤ ਦਸਤਾਰ ਸਿਰਾ ਵਾਲਾ ਉਹਦਾ ਚਿੰਨ੍ਹ ਹੈ, ਉਹ ਗੁਰੂ ਕਾ ਹੈ, ਉਹਦੇ ਸੁਹਾਗ ਦੇ ਚਿੰਨ੍ਹ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਾਤ ਹੈ। ਮਹਾਰਾਜ ਕਹਿੰਦੇ ਜਾਣੈ ਨਾਮ ਖੁਦਾਈ, ਜੇ ਬਹੁ ਤੇਰਾ ਪੜਿਆ ਹੋਵੇ। ਤੇ ਬੜਾ ਗਿਆਨ ਹੈ, ਬੜਾ ਧਿਆਨ ਹੈ। ਮਹਾਰਾਜ ਕਹਿੰਦੇ ਕੋ ਰਹਿ ਨਾ ਭਰੀਐ ਪਾਈ, ਜਿਸ ਦਿਨ ਮੌਤ ਦਾ ਫਰਿਸ਼ਤਾ, ਜਿਸ ਦਿਨ ਮੌਤ ਦਾ ਘੰਟਾ ਵੱਜ ਗਿਆ ਨਾ, ਟਲ ਵੱਜ ਗਿਆ, ਉਸ ਦਿਨ ਮਹਾਰਾਜ ਕਹਿੰਦੇ ਜਾਣਾ ਪੈਣਾ, ਇੱਥੋਂ ਜਾਣਾ ਪੈਣਾ। ਭਰੀਆ ਪਾਈ ਦਾ ਮਤਲਬ ਕੀ ਹੈ? ਇੱਕ ਪੜੋਪੀ ਹੁੰਦੀ ਸੀ, ਉਹਦੇ ਵਿੱਚ ਬੜਾ ਬਰੀਕ ਜਿਹਾ ਛੇਦ ਹੁੰਦਾ ਸੀ ਤੇ ਉਹਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਸੀ। ਉਹ ਤਕਰੀਬਨ ਇੱਕ ਘੜੀ ਦੇ ਵਿੱਚ ਪੂਰਾ ਪਾਣੀ 'ਚ ਡੁੱਬ ਜਾਂਦਾ ਸੀ। ਜਦ ਇੱਕ ਘੜੀ ਪੂਰੀ ਹੁੰਦੀ ਸੀ ਤੇ ਉਹਨੂੰ ਸਮਾਂ ਵੇਖਣ ਲਈ ਵਰਤਿਆ ਜਾਂਦਾ ਸੀ। ਦੂਸਰਾ ਇੱਕ ਹੋਰ ਭਾਂਡਾ ਹੁੰਦਾ ਸੀ, ਉਹਦੇ ਵਿੱਚ ਮਿੱਟੀ ਭਰੀ ਹੁੰਦੀ ਸੀ। ਜੇ ਇੱਕ ਪਾਸਾ ਪੂਰਾ ਭਰ ਜਾਏ ਤੇ ਉਹਨੂੰ ਫਿਰ ਪਲਟਾ ਦਿੰਦੇ ਸੀ ਤੇ ਪੂਰੀ ਇੱਕ ਘੜੀ ਦੇ ਵਿੱਚ ਉੱਤੋਂ ਖਾਲੀ ਹੋ ਕੇ ਉਹ ਥੱਲੇ ਭਰ ਜਾਂਦਾ ਸੀ। ਤੇ ਜਿਸ ਦਿਨ ਸਾਡੇ ਸਵਾਸ ਵੀ ਪੂਰੇ ਹੋ ਗਏ ਨਾ, ਪੂਰਨ ਸਾਡੇ ਹੋ ਗਏ, ਪੂਰਨ ਭਰ ਗਏ, ਫਿਰ ਉਸ ਦਿਨ ਸਾਨੂੰ ਇੱਥੋਂ ਜਾਣਾ ਪਏਗਾ। ਫਿਰ ਕੋਈ ਨਹੀਂ ਰੋਕ ਸਕਦਾ। ਮਰਨ ਲਿਖਾਏ ਮੰਡਲ ਮਹਿ ਆਏ, ਇੱਥੋਂ ਕੋਈ ਨਹੀਂ ਰੋਕ ਸਕਦਾ। ਨਾ ਉਹ ਤੇਰਾ ਨਿਰੰਕਾਰ ਹੈ, ਨਾ ਇਹ ਲਈਐ ਨਰਕ ਨਾ ਜਾਈਐ। ਜਿਉ ਪਿੰਡ ਸਭ ਤਿਸ ਦਾ ਦੇਖਾਜੈ, ਆਖ ਗਵਾਈਐ। ਜੇ ਜਰ ਅੱਗੇ ਜ਼ਿਕਰ ਕੀਤਾ ਕਿ ਜੇ ਤੂੰ ਚੰਗਾ ਲੋਚਦਾ ਨਾ ਆਪਣੇ ਲਈ, ਜੇ ਤੂੰ ਖੁਸ਼ੀ ਚਾਹੁੰਦਾ ਤੇ ਫਿਰ ਪੁੰਨ ਕਰਕੇ ਦਿਖਾ ਨਾ, ਚੰਗਾ ਕਰਕੇ ਫਿਰ ਜਰ ਵੀ ਜਾ। ਤੇ ਅਗਲਾ ਬਚਨ ਹੈ ਜੇ ਜਰਵਾਣਾ ਪਰ ਹਰੈ, ਜਰਵੇਸ ਕਰਿੰਦੀ ਆਈਐ, ਕੋ ਰਹਿ ਨਾ ਭਰੀਐ ਪਾਈਐ। ਬੁਢੇਪਾ ਵੀ ਆ ਰਿਹਾ ਤੇ ਬੁਢੇਪਾ ਵੀ ਛੁਪਾਇਆ ਨਹੀਂ ਜਾ ਸਕਦਾ। ਤੇ ਜਿਸ ਦਿਨ ਮੌਤ ਦਾ ਫਰਿਸ਼ਤਾ ਆ ਕੇ ਕਹੇਗਾ ਨਾ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ, ਫਿਰ ਨਹੀਂ ਰਿਹਾ ਜਾ ਸਕਦਾ, ਫਿਰ ਜਾਣਾ ਪਏਗਾ। ਸੋਈ ਕਾਜ਼ੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ, ਹੈ ਭੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਉਹੀ ਅਸਲ ਕਾਜ਼ੀ ਹੈ,
ਉਹੀ ਅਸਲ ਪੰਡਤ ਹੈ, ਉਹੀ ਅਸਲ ਬ੍ਰਾਹਮਣ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿ ਸੁਧ ਹੈ। ਉਹੀ ਅਸਲ ਹੈ, ਉਹੀ ਅਸਲ ਬ੍ਰਾਹਮਣ, ਉਹੀ ਅਸਲ ਹਿੰਦੂ, ਉਹੀ ਅਸਲ ਸਿੱਖ, ਉਹੀ ਅਸਲ ਮੁਸਲਮਾਨ, ਜਿਹੜਾ ਖੁਦਾਈ ਨੂੰ ਸਮਝੇ, ਜਿਹੜਾ ਰੱਬ ਦੇ ਭੇਤ ਨੂੰ ਸਮਝੇ, ਜਿਹੜਾ ਇਸ ਰਮਜ਼ ਨੂੰ ਸਮਝੇ। ਸੋਈ ਕਾਜ਼ੀ ਜਿਨ ਆਪ ਤਜਿਆ, ਆਪਣੇ ਅਹੰਗ ਨੂੰ ਤਜੇ। ਆਪ ਗਵਾਈਐ ਤਾਂ ਸ਼ਹੁ ਪਾਈਐ। ਕੱਲ ਰਾਤੀ ਸਿੰਘ ਸਾਹਿਬ ਜੀ ਸਾਡੇ ਵੱਲ ਸਿੰਘ ਸਭਾ ਰਜੌਰੀ ਗਾਰਡਨ ਆਏ ਹੋਏ ਸਨ, ਔਰ ਬਹੁਤ ਕਮਾਲ ਦਾ ਇੱਕ ਬਚਨ ਸਿੰਘ ਸਾਹਿਬ ਜੀ ਨੇ ਰਾਤੀ ਆਖਿਆ ਕਿ ਹਜ਼ਾਰਾਂ ਸਾਲਾਂ ਤੋਂ ਦੁਨੀਆ ਆਪਣਾ ਤੇ ਸਵਾਰੀ ਬੈਠੀ ਸੀ। ਆਪਣੇ ਆਪ ਦਾ ਸਵਾਰਨਾ, ਆਪਣੇ ਪਰਿਵਾਰ ਦਾ ਸਵਾਰਨਾ ਹੀ ਸੇਵਾ ਸਮਝੀ ਬੈਠੀ ਸੀ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਅਸਲ ਸੇਵਾ ਦਾ ਸੰਕਲਪ ਦੱਸਿਆ, ਆਪਣੇ ਆਪ ਨੂੰ ਤਜ ਕੇ ਤੇ ਦੂਸਰਿਆਂ ਦੇ ਲਈ ਸਮਰਪਣ ਹੋਣਾ। ਔਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ, ਇਹ ਉਪਦੇਸ਼ ਹੈ। ਸੋਈ ਕਾਜੀ ਜਿਨ ਆਪ ਤਜਿਆ, ਆਪਣੇ ਆਪ ਨੂੰ ਤਜ ਕੇ, ਆਪਣੇ ਆਪ ਨੂੰ ਪਿੱਛੇ ਰੱਖ ਕੇ। ਤੇ ਕਿੰਨੇ ਕਰੋਨਾ ਦੇ ਵਿੱਚ ਦੇਖਿਆ ਸਿੱਖਾਂ ਨੇ ਕਿਵੇਂ ਸੇਵਾਵਾਂ ਕੀਤੀਆਂ, ਭਾਵੇਂ ਖਾਲਸਾ ਏਡ, ਭਾਵੇਂ ਯੂਨਾਈਟਿਡ ਸਿੱਖ ਸੇਮਕੁੰਡ ਫਾਊਂਡੇਸ਼ਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਹਿਲ ਕਦਮੀ ਇੱਥੋਂ ਹੋਈ, ਕਿੰਨੀਆਂ ਸੇਵਾਵਾਂ ਇੱਥੋਂ ਕੀਤੀਆਂ ਗਈਆਂ। ਤੇ ਜਿੱਥੇ ਕੋਈ ਸਿੱਖਾਂ ਬਾਰੇ ਮਾੜਾ ਵੀ ਬੋਲਦਾ ਸੀ, ਉਹ ਵੀ ਮਜਬੂਰ ਹੋ ਗਿਆ ਕਿ ਇਹਨਾਂ ਬਾਰੇ ਤੇ ਮਾੜਾ ਸੋਚਿਆ ਵੀ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਦੇ ਵਿੱਚ ਕੋਈ ਵੱਖਰੀ ਕਲਾ ਵਰਤਦੀ ਹੈ। ਉਹ ਕਲਾ ਇਹ ਹੈ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ, ਅੰਦਰ ਇੱਕ ਨਾਮ, ਸੱਚਾ ਨਾਮ ਕੀ ਹੈ। ਇਕੱਲਾ ਇਹ ਸੱਚੇ ਗੁਣ ਨਹੀਂ, ਇਹ ਸੇਵਾ ਵੀ ਹੈ ਤੇ ਇਹ ਸਿਮਰਨ ਵੀ ਹੈ। ਇਕੱਲੇ ਅਸੀਂ ਢੰਡੋਰਾ ਪਿੱਟਦੇ ਰਹੀਏ, ਨਹੀਂ ਜੀ ਨਹੀਂ, ਚੰਗੇ ਗੁਣ ਧਾਰਨ ਕਰ ਲਓ ਤੇ ਨਾਮ ਆ ਜਾਏਗਾ। ਚੰਗੇ ਗੁਣ ਧਾਰਨ ਕਰਨ ਵਾਲੇ ਤੇ ਬਹੁਤ ਨੇ, ਪਰ ਜ਼ਰੂਰੀ ਥੋੜ੍ਹੀ ਉਹ ਕਿਸੇ ਦਾ ਭਲਾ ਵੀ ਕਰਨ, ਜ਼ਰੂਰੀ ਥੋੜ੍ਹੀ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਹੁਕਮ ਨੂੰ ਵੀ ਮੰਨਣ। ਨਾਮ ਉਹ ਹੈ ਜਦ ਸਿੱਖ ਸੇਵਾ ਤੇ ਸਿਮਰਨ ਦੋਨਾਂ ਵਿੱਚ ਜੁੜੇ, ਜਦ ਚੋਕੜਾ ਵੀ ਲਾਏ, ਬਾਣੀ ਵੀ ਪੜ੍ਹੇ, ਸਹਿਜ ਪਾਠ ਦੇ ਅਰਥ ਵੀ ਸਮਝੇ, ਬਾਣੀ ਦੇ ਅਰਥਾਂ ਨੂੰ ਜੀਵਨ ਵਿੱਚ ਟੁਕਾਏ। ਉਹ ਹੈ ਨਾਮ ਦੀ ਬਰਕਤ। ਤੇ ਸੇਵਾ ਰਾਹੀਂ ਉਹਨੂੰ ਪ੍ਰਗਟ ਵੀ ਕਰੇ, ਕਿਉਂਕਿ ਇੱਕ ਉਹ ਹੀ ਤੇ ਉਹਦਾ ਨਾਮ ਰਹਿਣ ਵਾਲਾ ਹੈ। ਬਾਕੀ ਸਭ ਹੈ ਵੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ ਉਹੀ ਰਹਿਣ ਵਾਲਾ ਹੈ। ਦਿਨ ਰਵ ਚੱਲੈ, ਨਿਸਸ ਚੱਲੈ, ਤਾਰਿਕਾ ਲਖ ਪਲੋਏ, ਮੁਕਾਮ ਉਹੀ ਏਕ ਹੈ। ਨਾਨਕਾ ਸੱਚ ਬੁਕੋਏ, ਉਹਨੇ ਰਹਿਣਾ ਹੈ। ਪੰਜ ਵਕਤ ਨਿਵਾਜ਼ ਗੁਜ਼ਾਰ ਹੈ, ਪੜ੍ਹੈ ਕਤੇਬ ਕੁਰਾਣਾ, ਨਾਨਕ ਆਖੈ ਗੋਰ ਸਦਈ, ਰਹਿਓ ਪੀਣਾ ਖਾਣਾ। ਪੰਜ ਵਕਤ ਦੀ ਨਮਾਜ਼ ਵੀ ਗੁਜ਼ਾਰਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਹੈ ਪੰਜ ਨਮਾਜ਼ਾਂ, ਵਕਤ ਪੰਜ, ਪੰਜਾ ਪੰਜੇ ਨਾਓ। ਪਹਿਲਾ ਸੱਚ ਹੈ, ਹਲਾਲ ਦੂਜਾ, ਤੀਜਾ ਖੈਰ ਖੁਦਾਏ। ਇਹ ਪੰਜ ਵਕਤ ਦੀਆਂ ਨਮਾਜ਼ਾਂ ਦਾ ਉਪਦੇਸ਼ ਹੈ। ਪਹਿਲਾਂ 10 ਨੌਆਂ ਦੀ ਕਿਰਤ ਕਰ ਤੂੰ, ਇਹਨੂੰ ਹਲਾਲ ਕਿਹਾ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਇਹ ਸਭ ਨੂੰ ਹੁਕਮ ਹੈ, ਇਹ ਸਭ ਨੂੰ, ਇਹ ਸਿੱਖ ਨੂੰ ਵੀ, ਇਹ ਮੁਸਲਮਾਨ ਨੂੰ ਵੀ, ਇਹ ਵੇਦ ਸ਼ਾਸਤਰ ਪੜ੍ਹਨ ਵਾਲਿਆਂ ਨੂੰ ਵੀ। ਪਹਿਲਾ ਹੱਕ ਸੱਚ ਦੀ ਗੱਲ, ਪਹਿਲਾ ਸੱਚ, ਹਲਾਲ ਦੋਏ, 10 ਨੌਆਂ ਦੀ ਕਿਰਤ ਕਰ, ਸੱਚ ਵਿੱਚੋਂ ਸੰਤੋਖ ਪੈਦਾ ਹੋਏਗਾ। ਤੀਜਾ ਖੈਰ ਖੁਦਾਏ, ਦੂਸਰਿਆਂ ਦੀ ਖੈਰ ਮੰਗਣੀ ਸ਼ੁਰੂ ਕਰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਚੌਥਾ ਜਿਹੜੀ ਹੈ ਨਾ, ਉਹ ਸਤਿਗੁਰੂ ਜੀ ਦੀ ਰਜ਼ਾ ਨੂੰ ਮੰਨਣਾ। ਚੌਥੀ ਨੀਅਤ ਰਾਸ ਮਨ, ਇੱਕ ਤੇਰੇ ਮਨ ਦੀ ਨੀਅਤ ਮੈਲੀ ਨਾ ਹੋਏ। ਬਾਹਰੋਂ ਧਰਮ ਦੇ ਅਸੀਂ ਦਿਖਾਵੇ, ਅੰਦਰੋਂ ਨੀਅਤ ਮੈਲੀ ਹੈ, ਅੰਦਰੋਂ ਝੂਠ ਪੈਜ ਬਾਹਰ, ਅੰਦਰੋਂ ਝੂਠੇ ਹਾਂ ਨਹੀਂ। ਚੌਥੀ ਨੀਅਤ ਰਾਸ ਮਨ। ਫਿਰ ਮਹਾਰਾਜ ਕਹਿੰਦੇ ਪੰਜਵਾਂ ਜਿਹੜੀ ਹੈ ਉਹ ਖੁਦਾਈ ਹੈ, ਖੁਦਾ ਦਾ ਨਾਮ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ।
5 ਵਕਤ ਦੀ ਨਮਾਜ਼ ਪੜ੍ਹ ਰਹੇ ਹਾਂ, ਕਤੇਬ ਕੁਰਾਨ ਪੜ੍ਹ ਰਹੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਆ ਉਹਦਾ ਨਾਮ ਚੇਤੇ ਨਹੀਂ ਆਇਆ ਤੇ ਹਜੇ ਮੌਤ ਦਾ ਚੇਤਾ ਨਹੀਂ ਆਇਆ। ਤੇ ਜਿਸ ਦਿਨ ਮੌਤ ਚੇਤੇ ਆ ਜਾਏਗੀ ਉਸ ਦਿਨ ਪਤਾ ਲੱਗ ਜਾਏਗਾ, ਜੇ ਜਾਣਾ ਮਰ ਜਾਈਐ ਘੁੰਮਣਾ ਆਈਐ, ਝੂਠੀ ਦੁਨੀਆ ਲੱਗਣਾ ਆਪ ਵੰਜਾਈਐ। ਇਸ ਝੂਠੀ ਦੁਨੀਆ ਦੇ ਲਾਲਚ ਵਿੱਚ, ਝੂਠੀ ਦੁਨੀਆ ਦੇ ਹਿਰਸ 'ਚ ਆਪਣਾ ਆਪ ਨਾ ਗਵਾਈਐ। ਇੱਥੇ ਸਮਾਪਤੀ ਹੈ। ਵਿਚਾਰ ਕਰਦਿਆਂ ਭੁੱਲਾਂ ਗਲਤੀਆਂ ਬਖਸ਼ ਦੇਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਪ੍ਰਬੰਧਕ ਕਮੇਟੀ ਦਾ ਸ਼ੁਕਰਾਨਾ, ਪ੍ਰਧਾਨ ਸਾਹਿਬ ਕਾਲਕਾ ਜੀ ਦਾ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮਹਿ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ।